प्यारे बच्चों, ਅੱਜ ਦਾ ਸਾਡਾ ਵਿਸ਼ਾ ਹੈ ਸੈਲਫ ਮੋਟੀਵੇਸ਼ਨ। ਸੈਲਫ ਮੋਟੀਵੇਸ਼ਨ ਨੂੰ ਪੰਜਾਬੀ ਵਿੱਚ ਸਵੈ ਪ੍ਰੇਰਨਾ ਕਹਿੰਦੇ ਹਨ। ਇਸ ਦੀ ਪਰਿਭਾਸ਼ਾ ਹੈ, ਸਵੈ ਪ੍ਰੇਰਨਾ ਉਹ ਹੈ ਜੋ ਸਾਨੂੰ ਟੀਚਿਆਂ ਨੂੰ ਪ੍ਰਾਪਤ ਕਰਨ, ਖੁਸ਼ ਮਹਿਸੂਸ ਕਰਨ ਅਤੇ ਸਾਡੀ ਜ਼ਿੰਦਗੀ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਦਬਾਅ ਪਾਉਂਦੀ ਹੈ। ਇਸ ਨੂੰ ਸਮਝਣ ਲਈ ਅਸੀਂ ਇੱਕ ਕਹਾਣੀ ਜੋ ਕਿ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ, ਖਰਗੋਸ਼ ਅਤੇ ਕੱਛੂ ਕੁੰਮਾ ਬਾਰੇ ਚਰਚਾ ਕਰਾਂਗੇ ਅਤੇ ਇਸ ਕਹਾਣੀ ਨੂੰ ਇੱਕ ਵਾਰ ਦੁਹਰਾਵਾਂਗੇ। ਇੱਕ ਵਾਰ ਜੰਗਲ ਦੇ ਵਿੱਚ ਖਰਗੋਸ਼ ਅਤੇ ਕੱਛੂ ਕੁੰਮਾ ਦੌੜ ਲਗਾਉਂਦੇ ਹਨ। ਖਰਗੋਸ਼ ਤੇਜ਼ ਦੌੜਨ ਕਾਰਨ ਬਹੁਤ ਅੱਗੇ ਨਿਕਲ ਜਾਂਦਾ ਹੈ, ਪਰ ਕੱਛੂ ਕੁੰਮਾ ਆਪਣੀ ਚਾਲ ਪੂਰੇ ਮਨੋਬਲ ਦੇ ਨਾਲ ਚੱਲਦਾ ਰਹਿੰਦਾ ਹੈ। ਦੇਖਦੇ ਹੀ ਦੇਖਦੇ ਖਰਗੋਸ਼ ਕਾਫੀ ਅੱਗੇ ਨਿਕਲ ਜਾਂਦਾ ਹੈ ਅਤੇ ਉਹ ਸੋਚਦਾ ਹੈ ਕਿ ਮੈਂ ਇਹ ਦੌੜ ਜਿੱਤ ਹੀ ਜਾਵਾਂਗਾ, ਇਸ ਲਈ ਮੈਨੂੰ ਕੁਝ ਦੇਰ ਆਰਾਮ ਕਰ ਲੈਣਾ ਚਾਹੀਦਾ ਹੈ ਕਿਉਂਕਿ ਮੇਰੇ ਕੋਲ ਕਾਫੀ ਸਮਾਂ ਹੈ। ਅਤੇ ਉਹ ਇੱਕ ਦਰਖਤ ਹੇਠਾਂ ਆਰਾਮ ਕਰਨ ਲੱਗਦਾ ਹੈ, ਪਰ ਉਸ ਨੂੰ ਗਹਿਰੀ ਨੀਂਦ ਆ ਜਾਂਦੀ ਹੈ। ਦੇਖਦੇ ਹੀ ਦੇਖਦੇ ਕੱਛੂ ਕੁੰਮਾ ਵੀ ਉੱਥੋਂ ਦੀ ਗੁਜ਼ਰ ਰਿਹਾ ਹੁੰਦਾ ਹੈ ਅਤੇ ਸੁੱਤੇ ਹੋਏ ਖਰਗੋਸ਼ ਨੂੰ ਵੇਖਦਾ ਹੈ। ਇਸ ਤਰ੍ਹਾਂ ਉਹ ਨਿਰੰਤਰ ਆਪਣੀ ਚਾਲ ਚੱਲਦਾ ਰਹਿੰਦਾ ਹੈ ਪੂਰੇ ਮਨੋਬਲ ਦੇ ਨਾਲ। ਦੇਖਦੇ ਹੀ ਦੇਖਦੇ ਉਹ ਆਪਣਾ ਟੀਚਾ ਪੂਰਾ ਕਰ ਲੈਂਦਾ ਹੈ ਅਤੇ ਆਪਣੇ ਦੌੜ ਨੂੰ ਪੂਰਾ ਕਰ ਲੈਂਦਾ ਹੈ, ਜਿੱਤ ਜਾਂਦਾ ਹੈ। ਜਦੋਂ ਖਰਗੋਸ਼ ਨੂੰ ਜਾਗ ਆਉਂਦੀ ਹੈ ਤਾਂ ਉਹ ਦੇਖਦਾ ਹੈ ਕਿ ਉਹ ਹਾਰ ਚੁੱਕਿਆ ਹੁੰਦਾ ਹੈ। ਇਸ ਤਰ੍ਹਾਂ ਅਸੀਂ ਇੱਕ ਕੱਛੂ ਕੁੰਮੇ ਤੋਂ ਸਿੱਖ ਸਕਦੇ ਹਾਂ ਕਿ ਕਿਸ ਤਰ੍ਹਾਂ ਉਸਨੇ ਆਪਣੀ ਸਵੈ ਪ੍ਰੇਰਨਾ ਦੇ ਨਾਲ ਇੱਕ ਦੌੜ ਨੂੰ ਜਿੱਤਿਆ ਹੈ। ਹੁਣ ਅਸੀਂ ਖਰਗੋਸ਼ ਅਤੇ ਕੱਛੂ ਕੁੰਮੇ ਵਿੱਚ ਅੰਤਰ ਪ੍ਰਗਟ ਕਰਾਂਗੇ। ਖਰਗੋਸ਼ ਅਤੇ ਕੱਛੂ ਕੁੰਮਾ। ਕੱਛੂ ਕੁੰਮੇ ਦੀ ਜੋ ਗਤੀ ਹੈ ਉਹ ਬਹੁਤ ਧੀਮੀ ਗਤੀ ਹੈ, ਖਰਗੋਸ਼ ਦੀ ਗਤੀ ਤੇਜ਼ ਗਤੀ ਹੈ। ਪਰ ਦੋਨਾਂ ਦੇ ਵਿੱਚ ਫਰਕ ਕੀ ਸੀ? ਜੋ ਕੱਛੂ ਕੁੰਮਾ ਸੀ ਉਹ ਵਧੇਰੇ ਪ੍ਰੇਰਨਾ ਵਾਲਾ ਸੀ, ਖਰਗੋਸ਼ ਘੱਟ ਪ੍ਰੇਰਨਾ ਵਾਲਾ ਸੀ, ਇਸ ਲਈ ਉਹ ਹਾਰ ਗਿਆ। ਇਸ ਤਰ੍ਹਾਂ ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਕਿਸ ਤਰ੍ਹਾਂ ਵਧੇਰੇ ਪ੍ਰੇਰਨਾ ਨਾਲ ਅਸੀਂ ਕਿਸੇ ਵੀ ਟੀਚੇ ਨੂੰ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਾਂ। ਅੱਗੇ ਵਧਦੇ ਹਾਂ ਫਿਰ ਸਵੈ ਪ੍ਰੇਰਨਾ ਦੀਆਂ ਉਦਾਹਰਨਾਂ। ਨੇਹਾ ਨੇ ਆਪਣੇ ਸਕੂਲ ਤੋਂ ਬਾਅਦ ਦੇ ਅਭਿਆਸ ਦੇ ਸਾਰੇ ਘੰਟੇ ਹੋਰ ਨਮੂਨੇ ਪ੍ਰਸ਼ਨ ਪੱਤਰਾਂ ਲਈ ਬਿਤਾਏ। ਉਹ ਆਪਣੀਆਂ ਪ੍ਰੀਖਿਆਵਾਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਸ਼ਹਿਰ ਦੇ ਆਪਣੇ ਪਸੰਦੀਦਾ ਕਾਲਜ ਵਿੱਚ ਦਾਖਲਾ ਲੈ ਸਕੇ। ਇਸੇ ਤਰ੍ਹਾਂ ਹੀ ਦੂਜੇ ਪਾਸੇ ਰੇਖਾ ਸਵੇਰੇ 5 ਵਜੇ ਉੱਠਦੀ ਹੈ ਅਤੇ ਆਪਣੀ ਡਾਂਸ ਕਲਾਸਾਂ ਲਈ ਜਾਂਦੀ ਹੈ। ਫਿਰ ਉਹ ਘਰ ਆਉਂਦੀ ਹੈ ਅਤੇ ਸਕੂਲ ਜਾਣ ਤੋਂ ਪਹਿਲਾਂ ਆਪਣੀ ਨੀਂਦ ਪੂਰੀ ਕਰਦੀ ਹੈ। ਉਹ ਇਹ ਸਭ ਆਪਣੇ ਆਪ ਕਰਦੀ ਹੈ, ਕੋਈ ਵੀ ਉਸ ਨੂੰ ਅਜਿਹਾ ਕਰਨ ਲਈ ਨਹੀਂ ਕਹਿੰਦਾ। ਇਸ ਤਰ੍ਹਾਂ ਅਲੱਗ-ਅਲੱਗ ਵਿਅਕਤੀ ਅਲੱਗ-ਅਲੱਗ ਤਰ੍ਹਾਂ ਨਾਲ ਪ੍ਰੇਰਿਤ ਹੁੰਦੇ ਹਨ। ਪ੍ਰੇਰਨਾ ਦੀਆਂ ਕਿਸਮਾਂ। ਪ੍ਰੇਰਨਾ ਦੋ ਪ੍ਰਕਾਰ ਦੀ ਹੁੰਦੀ ਹੈ, ਅੰਦਰੂਨੀ ਪ੍ਰੇਰਨਾ ਜਿਸ ਨੂੰ ਲਵ ਕਹਿੰਦੇ ਹਨ, ਬਾਹਰੀ ਪ੍ਰੇਰਨਾ ਰਿਵਾਰਡ ਕਹਿੰਦੇ ਹਨ ਜਿਸ ਨੂੰ। ਅੰਦਰੂਨੀ ਪ੍ਰੇਰਨਾ। ਅੰਦਰੂਨੀ ਪ੍ਰੇਰਨਾ ਉਦੋਂ ਵਾਪਰਦੀ ਹੈ ਜਦੋਂ ਅਸੀਂ ਬਿਨਾਂ ਕਿਸੇ ਸਪਸ਼ਟ ਬਾਹਰੀ ਇਨਾਮ ਤੋਂ ਕੰਮ ਕਰਦੇ ਹਾਂ, ਸਿਰਫ ਕਿਸੇ ਗਤੀਵਿਧੀ ਦਾ ਆਨੰਦ ਲੈਂਦੇ ਹਾਂ ਜਾਂ ਇਸ ਨੂੰ ਆਪਣੀ ਸਮਰੱਥਾਵਾਂ ਦਾ ਪਤਾ ਲਗਾਉਣ, ਸਿੱਖਣ ਅਤੇ ਹਕੀਕਤ ਪਾਉਣ ਦੇ ਮੌਕੇ ਵਜੋਂ ਵੇਖਦੇ ਹਾਂ। ਇਸ ਦੀ ਉਦਾਹਰਨ ਹੈ, ਜਦੋਂ ਤੁਸੀਂ ਆਪਣੇ ਸਾਲਾਨਾ ਸਮਾਰੋਹ ਦੇ ਕੰਮ ਤੇ ਤੁਸੀਂ ਨੱਚਣਾ ਜਾਂ ਗਾਉਣਾ ਸਿੱਖਦੇ ਹੋ ਅਤੇ ਵਧੀਆ ਪ੍ਰਦਰਸ਼ਨ ਕਰਦੇ ਹੋ, ਤੁਹਾਨੂੰ ਬਹੁਤ ਚੰਗਾ ਲੱਗਦਾ ਹੈ। ਬਾਹਰੀ ਪ੍ਰੇਰਨਾ। ਬਾਹਰੀ ਪ੍ਰੇਰਨਾ ਉਦੋਂ ਵਾਪਰਦੀ ਹੈ ਜਦੋਂ ਅਸੀਂ ਕਿਸੇ ਕੰਮ ਨੂੰ ਵਧੀਆ ਕਰਦੇ ਹਾਂ ਅਤੇ ਸਾਨੂੰ ਉਸ ਲਈ ਮਾਣ ਸਨਮਾਨ ਵੀ ਮਿਲਦਾ ਹੈ। ਜਿਸ ਤਰ੍ਹਾਂ ਕਿ ਅਸੀਂ ਉਦਾਹਰਨ ਵਿੱਚ ਦੇਖ ਸਕਦੇ ਹਾਂ, ਸੁਰੇਸ਼ ਨੇ 100 ਮੀਟਰ ਦੀ ਦੌੜ ਵਿੱਚ ਹਿੱਸਾ ਲਿਆ ਅਤੇ ਇੱਕ ਇਨਾਮ ਵੀ ਜਿੱਤਿਆ। ਇਹ ਉਸ ਨੂੰ ਸਵੇਰੇ ਅਭਿਆਸ ਲਈ ਜਾਣ ਲਈ ਪ੍ਰੇਰਿਆ। ਇਸ
ਦਾ ਮਤਲਬ ਹੈ ਕਿ ਜਦੋਂ ਉਹ ਦੌੜ ਵਿੱਚ ਹਿੱਸਾ ਲੈਣ ਤੋਂ ਬਾਅਦ ਜਿੱਤ ਜਾਂਦਾ ਹੈ ਅਤੇ ਇਨਾਮ ਪ੍ਰਾਪਤ ਕਰਦਾ ਹੈ ਤਾਂ ਉਹ ਪ੍ਰੇਰਿਤ ਹੋ ਜਾਂਦਾ ਹੈ ਅਤੇ ਹੋਰ ਅਭਿਆਸ ਕਰਦਾ ਹੈ। ਇਸ ਨੂੰ ਅਸੀਂ ਬਾਹਰੀ ਪ੍ਰੇਰਨਾ ਕਹਿੰਦੇ ਹਾਂ। ਸਵੈ ਪ੍ਰੇਰਿਤ ਲੋਕਾਂ ਦੀਆਂ ਵਿਸ਼ੇਸ਼ਤਾਵਾਂ। ਉਹ ਜਾਣਦੇ ਹਨ ਕਿ ਉਹ ਜ਼ਿੰਦਗੀ ਤੋਂ ਕੀ ਚਾਹੁੰਦੇ ਹਨ। ਇੱਕ ਵਿਅਕਤੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਜ਼ਿੰਦਗੀ ਵਿੱਚ ਕੀ ਬਣਨਾ ਚਾਹੁੰਦਾ ਹੈ, ਕੀ ਉਹ ਅਜਿਹਾ ਕਰਨਾ ਚਾਹੁੰਦਾ ਹੈ ਜਿਸ ਨਾਲ ਉਹ ਦੂਜਿਆਂ ਤੋਂ ਅਲੱਗ ਦਾ ਪ੍ਰਦਰਸ਼ਨ ਕਰ ਸਕੇ। ਉਹ ਕੇਂਦਰਿਤ ਹੁੰਦੇ ਹਨ। ਕੇਂਦਰਿਤ ਹੋਣ ਦਾ ਭਾਵ ਹੈ ਆਪਣੇ ਟੀਚੇ ਵੱਲ ਚੰਗੀ ਤਰ੍ਹਾਂ ਸੋਚ ਵਿਚਾਰ ਕਰਨਾ ਅਤੇ ਉਸ ਦੇ ਹਿਸਾਬ ਦੇ ਨਾਲ ਹੀ ਕੰਮਕਾਰ ਕਰਦੇ ਰਹਿਣਾ। ਉਹਨੂੰ ਪਤਾ ਹੈ ਕਿ ਕੀ ਮਹੱਤਵਪੂਰਨ ਹੈ। ਇਹ ਵੀ ਅਸੀਂ ਵੇਖਣਾ ਹੁੰਦਾ ਹੈ ਕਿ ਕਿਹੜਾ ਕੰਮ ਸਾਡੇ ਲਈ ਮਹੱਤਵਪੂਰਨ ਹੈ ਜੋ ਸਾਡੇ ਟੀਚਿਆਂ ਤੱਕ ਸਾਨੂੰ ਲੈ ਕੇ ਜਾਂਦਾ ਹੈ, ਕਿਹੜਾ ਮਹੱਤਵਪੂਰਨ ਨਹੀਂ ਹੈ। ਇਸ ਲਈ ਸਾਨੂੰ ਮਹੱਤਵਪੂਰਨ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹ ਆਪਣੇ ਸੁਪਨੇ ਪੂਰੇ ਕਰਨ ਲਈ ਸਮਰਪਿਤ ਹੁੰਦੇ ਹਨ। ਜੋ ਅਸੀਂ ਸੁਪਨੇ ਵੇਖੇ ਹੁੰਦੇ ਹਨ ਉਹਨਾਂ ਲਈ ਜੇਕਰ ਅਸੀਂ ਸਮਰਪਿਤ ਹੁੰਦੇ ਹਾਂ ਤਾਂ ਹੀ ਅਸੀਂ ਉਸ ਦੇ ਯੋਗ ਮਿਹਨਤ ਕਰ ਸਕਦੇ ਹਾਂ ਅਤੇ ਆਪਣੇ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਾਂ। ਹੁਣ ਪੇਸ਼ ਹਨ ਕੁਝ ਸਵੈ ਪ੍ਰੇਰਿਤ ਇਨਸਾਨਾਂ ਦੀਆਂ ਕਹਾਣੀਆਂ। ਮੈਟਰੋਮੈਨ ਸ਼੍ਰੀ ਸ਼੍ਰੀਧਰਨ। ਸ਼੍ਰੀ ਸ਼੍ਰੀਧਰਨ ਭਾਰਤ ਦੇ ਮਸ਼ਹੂਰ ਇੰਜੀਨੀਅਰ, ਦਿੱਲੀ ਮੈਟਰੋ ਦੇ ਮੁੱਖ ਪ੍ਰਬੰਧਕ ਹਨ, ਜਿਨ੍ਹਾਂ ਨੂੰ ਮੈਟਰੋਮੈਨ ਵੀ ਕਿਹਾ ਜਾਂਦਾ ਹੈ। ਦਿੱਲੀ ਵਿੱਚ ਮੈਟਰੋ ਰੇਲ ਦਾ ਸੁਪਨਾ ਸੱਚ ਕਰ ਵਿਖਾਉਣ ਵਾਲੇ ਇਨਸਾਨ ਹਨ। ਆਪ ਦਾ ਜਨਮ ਕੇਰਲਾ ਦੇ ਜ਼ਿਲ੍ਹਾ ਪਲਕੜ ਵਿਖੇ ਹੋਇਆ। ਇਹਨਾਂ ਦੀ ਮਿਹਨਤ ਸਦਕਾ ਅੱਜ ਦਿੱਲੀ ਵਿੱਚ ਮੈਟਰੋ ਚੱਲ ਰਹੀ ਹੈ। ਇਹ ਹੈ ਦਿੱਲੀ ਮੈਟਰੋ ਦਾ ਇੱਕ ਨਜ਼ਾਰਾ। ਅੱਗੇ ਹੈ ਦੂਜੀ ਉਦਾਹਰਨ, MDH ਕੰਪਨੀ। ਤੁਸੀਂ ਸਭ ਨੇ MDH ਕੰਪਨੀ ਬਾਰੇ ਸੁਣਿਆ ਹੋਵੇਗਾ। ਕੀ ਤੁਹਾਨੂੰ ਇਸ ਦੀ ਫੁੱਲ ਫਾਰਮ ਜਾਂ ਪੂਰਾ ਨਾਮ ਪਤਾ ਹੈ? ਇਸ ਦਾ ਪੂਰਾ ਨਾਮ ਹੈ ਮਹਾਸ਼ਿਆਂ ਦੀ ਹੱਟੀ। ਮਹਾਸ਼ੈ ਧਰਮਪਾਲ ਗੁਲਾਟੀ ਜੀ। ਸਭ ਤੋਂ ਪਹਿਲਾਂ ਇਹਨਾਂ ਦੀ ਦਿੱਲੀ ਦੇ ਕਰੋਲ ਬਾਗ ਵਿਖੇ ਮਸਾਲਿਆਂ ਦੀ ਇੱਕ ਛੋਟੀ ਜਿਹੀ ਦੁਕਾਨ ਸੀ, ਜੋ ਅੱਜ ਇੱਕ ਬਹੁਤ ਵਧੀਆ ਬ੍ਰਾਂਡ ਹੈ। ਇਹ ਤੁਸੀਂ ਇਹਨਾਂ ਦੀ ਕੰਪਨੀ ਦੇ ਕੁਝ ਪ੍ਰੋਡਕਟ ਦੇਖ ਸਕਦੇ ਹੋ। ਇਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਅਤੇ ਸਵੈ ਪ੍ਰੇਰਿਤ ਹੋ ਕੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਤੇ ਅੱਜ ਤੁਸੀਂ ਵੇਖ ਸਕਦੇ ਹੋ ਇਹ ਕਿੱਥੇ ਤੱਕ ਪਹੁੰਚ ਚੁੱਕੇ ਹਨ। ਚੰਗੀ ਸਵੈ ਪ੍ਰੇਰਨਾ ਬਣਾਉਣ ਲਈ ਕਦਮ। ਆਪਣੀਆਂ ਸ਼ਕਤੀਆਂ ਨੂੰ ਲੱਭੋ। ਆਪਣੀ ਪਸੰਦ ਅਤੇ ਨਾਪਸੰਦ ਬਾਰੇ ਜਾਣੋ। ਉਹ ਲੱਭੋ ਜਿਹੜੀ ਚੀਜ਼ ਤੁਹਾਨੂੰ ਖੁਸ਼ ਕਰਦੀ ਹੈ। ਜਿਵੇਂ ਮੈਨੂੰ ਕੰਪਿਊਟਰ ਚਲਾਉਣਾ ਪਸੰਦ ਹੈ। ਟੀਚੇ ਨੂੰ ਸੈੱਟ ਕਰੋ ਅਤੇ ਕੇਂਦਰਿਤ ਹੋਵੋ। ਆਪਣੇ ਟੀਚੇ ਨੂੰ ਪਰਿਭਾਸ਼ਿਤ ਕਰੋ ਅਤੇ ਆਪਣੀ ਪੂਰੀ ਊਰਜਾ ਨਾਲ ਉਸ ਵੱਲ ਵਧੋ। ਜਿਵੇਂ ਮੈਂ ਇੱਕ ਸਾਫਟਵੇਅਰ ਇੰਜੀਨੀਅਰ ਬਣਾਂਗਾ। ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਯੋਜਨਾ ਬਣਾਓ। ਸਮਾਂ ਰੇਖਾ ਦੀ ਯੋਜਨਾ ਬਣਾਓ ਅਤੇ ਸਾਰੀਆਂ ਗਤੀਵਿਧੀਆਂ ਦੀ ਸੂਚੀ ਬਣਾਓ। ਜਿਵੇਂ ਸ਼ਹਿਰ ਦੇ ਚੰਗੇ ਕਾਲਜ ਵਿੱਚ ਦਾਖਲਾ ਲੈਣ ਲਈ ਚੰਗੇ ਅੰਕ ਪ੍ਰਾਪਤ ਕਰਕੇ ਦਾਖਲਾ ਪ੍ਰੀਖਿਆ ਪਾਸ ਕਰਨੀ। ਆਪਣੇ ਟੀਚੇ ਪ੍ਰਤੀ ਵਫਾਦਾਰ ਰਹਿਣਾ। ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰਦੇ ਰਹੋ, ਚਾਹੇ ਤੁਹਾਨੂੰ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ। ਜਿਵੇਂ ਪ੍ਰੀਖਿਆ ਵਿੱਚੋਂ ਇੱਕ ਵਾਰ ਅਸਫਲ ਹੋ ਕੇ ਵੀ ਨਾ ਡੋਲਣਾ। ਹੁਣ ਕੁਝ ਬਹੁ ਵਿਕਲਪ ਪ੍ਰਸ਼ਨ ਹਨ। ਜੋ ਕੁਝ ਤੁਸੀਂ ਪੜ੍ਹਿਆ ਹੈ ਉਸ ਦੇ ਵਿੱਚੋਂ ਹੀ ਇਹ ਪ੍ਰਸ਼ਨ ਪੁੱਛੇ ਗਏ ਹਨ।
ਪਹਿਲਾ ਪ੍ਰਸ਼ਨ ਹੈ, ਦੂਜਿਆਂ ਦੇ ਉਤਸ਼ਾਹ ਤੋਂ ਬਗੈਰ ਤੁਹਾਨੂੰ ਕਿਹੜਾ ਕੰਮ ਪੂਰਾ ਕਰਦਾ ਹੈ ਜਾਂ ਅਧਿਐਨ ਕਰਦਾ ਹੈ? A. ਸਵੈ ਵਿਸ਼ਵਾਸ, B. ਸੰਚਾਰ, C. ਸਵੈ ਪ੍ਰੇਰਨਾ, D. ਸਵੈ ਮਾਨ। ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਸਹੀ ਉੱਤਰ ਕਿਹੜਾ ਹੈ। ਇਸ ਦਾ ਸਹੀ ਉੱਤਰ ਹੈ C. ਸਵੈ ਪ੍ਰੇਰਨਾ। ਦੂਜਾ ਪ੍ਰਸ਼ਨ ਬਹੁ ਵਿਕਲਪ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰੇਰਨਾ ਦੀਆਂ ਕਿਸਮਾਂ ਹਨ? A. ਅੰਦਰੂਨੀ, B. ਇੰਟਰਮੀਡੀਏਟ, C. ਬਾਹਰੀ, D. ਅੰਦਰੂਨੀ ਅਤੇ ਬਾਹਰੀ ਦੋਵੇਂ। ਇਸ ਪ੍ਰਸ਼ਨ ਵਿੱਚ ਸਾਡੇ ਤੋਂ ਇਹ ਪੁੱਛਿਆ ਗਿਆ ਹੈ ਕਿ ਕਿਹੜੀਆਂ ਪ੍ਰੇਰਨਾ ਦੀਆਂ ਕਿਸਮਾਂ ਹਨ। ਇਸ ਦਾ ਸਹੀ ਉੱਤਰ ਹੈ D. ਅੰਦਰੂਨੀ ਅਤੇ ਬਾਹਰੀ ਦੋਵੇਂ। ਤੀਸਰਾ MCQ ਹੈ, ਰਵੀ ਸਾਲ ਦੇ ਅੰਤ ਵਿੱਚ ਸਰਵੋਤਮ ਵਿਦਿਆਰਥੀ ਦਾ ਪੁਰਸਕਾਰ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰਦਾ ਹੈ। ਉਹ ਕਿਸ ਕਿਸਮ ਦੀ ਪ੍ਰੇਰਨਾ ਹੈ? A. ਅੰਦਰੂਨੀ, B. ਬਾਹਰੀ, C. ਅੰਦਰੂਨੀ ਅਤੇ ਬਾਹਰੀ ਦੋਵੇਂ, D. ਕੋਈ ਖਾਸ ਕਿਸਮ ਦੀ ਪ੍ਰੇਰਨਾ ਨਹੀਂ। ਹੁਣ ਤੁਸੀਂ ਪੜ੍ਹਿਆ ਹੈ ਕਿ ਪੁਰਸਕਾਰ ਲੈਣ ਲਈ ਮਿਹਨਤ ਕਰਨਾ ਕੀ ਹੈ। ਇਸ ਦਾ ਸਹੀ ਉੱਤਰ ਹੈ B. ਬਾਹਰੀ। ਇਸ ਤਰ੍ਹਾਂ ਤੁਸੀਂ ਇਸ ਚੈਪਟਰ ਨੂੰ ਪੂਰਾ ਕਰ ਚੁੱਕੇ ਹੋ। ਮੈਨੂੰ ਆਸ ਹੈ ਕਿ ਤੁਸੀਂ ਸਾਰੇ ਟੌਪਿਕ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ। ਵੀਡੀਓ ਦੇਖਣ ਲਈ ਧੰਨਵਾਦ।